ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਾਂ ਭਇਓ ਜੋ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰ ਪੈ ਤੇਰੋ ਜਨ। ਤੁਝੇ ਚਰਨ ਅਰਬਿੰਦ ਭਵਨ ਮਨ, ਪਾਨ ਕਰਤ ਪਾਇਓ ਪਾਇਓ ਰਾਮਈਆ ਧਨ। ਰਹਾਉ ਸੰਪਤ ਬਿਪਤ ਪਟਲ ਮਾਇਆ ਧਨ, ਤਾਂ ਮੈਂ ਮਗਨ ਹੋਤ ਨਾ ਤੇਰੋ ਜਨ। ਪ੍ਰੇਮ ਕੀ ਜੇਵਰੀ ਬਾਧਿਓ ਤੇਰੋ ਜਨ, ਕਹੇ ਰਵਿਦਾਸ ਛੂਟੇ ਬੋ ਕਵਨ ਗੁਣ। ਪਿਆਰੀ ਸਾਧ ਸੰਗਤ ਜੀ, ਮੀਰਾ ਬਾਈ ਇਸ ਸ਼ਬਦ ਨੂੰ ਹਰ ਸਮੇਂ ਪੜ੍ਹਿਆ ਕਰਦੀ ਸੀ। ਜਿਉਂ-ਜਿਉਂ ਇਸ ਸ਼ਬਦ ਦਾ ਭਾਵ ਉਸਦੇ ਜੀਵਨ ਦੇ ਨਾਲ ਢੁਕਦਾ ਸੀ। ਮੀਰਾ ਬਾਈ ਦੇ ਮਾਪੇ ਤੇ ਸਹੁਰੇ ਭਗਤੀ ਛੁਡਾਉਣ ਵਾਸਤੇ ਉਸ ਨੂੰ ਆਖਦੇ ਰਹਿੰਦੇ ਸਨ। ਉਹ ਸਾਧੂ ਭੇਸ ਦਾ ਤਿਆਗ ਕਰਕੇ ਮੰਦਰ ਵਿੱਚ ਭਾਵ ਰਾਜ ਭਵਨ ਵਿੱਚ ਹੀ ਪੂਜਾ ਕਰਦੀ ਰਹੀ। ਦੇਵਦਾਸੀਆਂ ਵਾਂਗ ਮੰਦਰ ਦੇ ਵਿੱਚ ਲੋਕਾਂ ਦੇ ਸਨਮੁਖ ਨਾਚ ਨਹੀਂ ਕਰਦੀ ਸੀ। ਇਸ ਤਰ੍ਹਾਂ ਰਾਜਪੂਤੀ ਸ਼ਾਨ ਨੂੰ ਵੱਟਾ ਲੱਗਦਾ ਸੀ। ਉਹਨਾਂ ਦੀ ਸਮਝ ਐਸੀ ਸੀ, ਪਰ ਮੀਰਾ ਬਾਈ ਕੋਈ ਪਰਵਾਹ ਨਹੀਂ ਸੀ ਕਰਦੀ। ਉਹ ਇਸ ਸ਼ਬਦ ਨੂੰ ਪੜ੍ਹ ਕੇ ਸੁਣਾ ਛੱਡਦੀ। ਇਸ ਸ਼ਬਦ ਦਾ ਭਾਵ ਅਰਥ ਇਹ ਹੈ, ਕੀ ਹੋ ਜਾਏਗਾ ਜੇ ਇਸ ਤਨ ਦੇ ਟੁਕੜੇ ਟੁਕੜੇ ਹੋ ਜਾਣਗੇ। ਹੇ ਪ੍ਰਭੂ, ਤੇਰਾ ਪਿਆਰ ਨਹੀਂ ਜਾਣਾ ਚਾਹੀਦਾ। ਮੈਨੂੰ ਇੱਥੋਂ ਚਲੇ ਜਾਣ ਦਾ ਡਰ ਨਹੀਂ ਹੈ, ਮੈਨੂੰ ਤਾਂ ਇਹ ਡਰ ਹੈ ਕਿ ਤੁਹਾਡਾ ਪਿਆਰ ਨਾ ਚਲਾ ਜਾਏ। ਇਹੋ ਹੀ ਤੁਹਾਡੇ ਭਗਤ ਨੂੰ ਡਰ ਰਹਿੰਦਾ ਹੈ। ਤੁਹਾਡੇ ਚਰਨ ਕਮਲਾਂ ਵਿੱਚ ਮੇਰਾ ਮਨ ਅੜ ਗਿਆ ਹੈ। ਭੌਰਾ ਬਣ ਕੇ ਭਗਤੀ ਦਾ ਰਸ ਲੈ ਰਿਹਾ ਹਾਂ। ਜਾਇਦਾਦ ਤੇ ਮਾਇਆ ਦੇ ਝਗੜਿਆਂ ਵਿੱਚ ਤੇਰਾ ਭਗਤ ਉਲਝਦਾ ਨਹੀਂ। ਤੇਰਾ ਭਗਤ ਤਾਂ ਪਿਆਰੇ ਦੀ ਜੰਜੀਰ ਨਾਲ ਬੱਝਿਆ ਹੋਇਆ ਹੈ। ਕਿਸੇ ਤਰ੍ਹਾਂ ਵੀ ਤੇਰਾ ਸੇਵਕ ਪਿਆਰ ਬੰਧਨ ਵਿੱਚੋਂ ਆਜ਼ਾਦ ਨਹੀਂ ਹੋ ਸਕਦਾ। ਗੱਲ ਇਸ ਤਰ੍ਹਾਂ ਹੈ ਕਿ ਭਗਤ ਜਨ ਭਗਤੀ ਨਹੀਂ ਛੱਡਦਾ, ਭਾਵੇਂ ਉਸ ਨੂੰ ਕਿੰਨੇ ਵੀ ਕਸ਼ਟ ਸਹਿਣੇ ਪੈਣ। ਜਿਵੇਂ ਭਗਤ ਪ੍ਰਹਿਲਾਦ ਨੂੰ ਅਨੇਕਾਂ ਕਸ਼ਟ ਡਰ ਦਿੱਤੇ ਗਏ ਸਨ, ਪਰ ਉਸਨੇ ਰਾਮ ਨਾਮ ਦਾ ਤਿਆਗ ਨਹੀਂ ਕੀਤਾ। ਰਾਮ ਨੇ ਹੀ ਉਸ ਦੀ ਸਹਾਇਤਾ ਕੀਤੀ, ਉਸ ਨੂੰ ਤੱਤੇ ਥੰਮ ਤੋਂ ਵੀ ਰੱਖ ਲਿਆ। ਸੋ ਇਸ ਪ੍ਰਕਾਰ ਮੀਰਾ ਬਾਈ ਕਰਮਾ ਬਾਈ ਭਗਤ ਰਵਿਦਾਸ ਜੀ ਦੇ ਕੋਲ ਕੁਝ ਚਿਰ ਸੇਵਾ ਕਰਨ ਤੋਂ ਉਪਰੰਤ ਨਾਮ ਸਿਮਰਨ ਕਰਨ ਪਿੱਛੋਂ ਉਹ ਆਪਣੇ ਸ਼ਹਿਰ ਮੈਵਾੜ ਨੂੰ ਮੁੜ ਗਈਆਂ। ਉਹ ਰਾਹ ਵਿੱਚ ਸਤਸੰਗ ਕਰਦੀਆਂ ਜਾਂਦੀਆਂ ਸਨ। ਮੇਵਾੜ ਵਿੱਚ ਪੁੱਜ ਕੇ ਮੀਰਾ ਬਾਈ ਬਹੁਤ ਭਗਤੀ ਵਿੱਚ ਰੰਗੀ ਗਈ। ਉਹ ਦੁਨੀਆ ਤੇ ਮਾਇਆ ਦੇ ਪਦਾਰਥਾਂ ਨੂੰ ਭੁੱਲ ਗਈ। ਇਸ ਕਰਕੇ ਉਸਦੇ ਭਰਾ ਤੇ ਸਹੁਰੇ ਘਰ ਦੇ ਬੰਦੇ ਇੰਨੇ ਕ੍ਰੋਧਵਾਨ ਹੋਏ ਕਿ ਉਸ ਨੂੰ ਮਾਰਨ ਤੇ ਤੁਲ ਪਏ। ਇੱਕ ਦਿਨ ਐਸੀ ਹਾਲਤ ਆ ਪੁੱਜੀ ਕਿ ਮੀਰਾ ਬਾਈ ਦੀ ਮਾਤਾ ਵੀ ਉਸ ਦੀ ਦੁਸ਼ਮਣ ਹੋ ਗਈ। ਮਾਂ ਕਦੇ ਸੰਤਾਨ ਨੂੰ ਨਹੀਂ ਮਾਰਦੀ, ਪਰ ਮੈਵਾੜਾਂ ਦੇ ਸ਼ਾਹੀ ਖਾਨ ਨੇ ਉਸ ਨੂੰ ਇੰਨਾ ਮਜਬੂਰ ਕੀਤਾ ਕਿ ਉਸਨੇ ਜ਼ਹਿਰ ਦਾ ਪਿਆਲਾ ਭਰਿਆ ਤੇ ਮੀਰਾ ਬਾਈ ਨੂੰ ਸੱਦ ਕੇ ਕਿਹਾ, ਮੀਰਾ, ਇਹ ਠਾਕਰਾਂ ਦਾ ਅੰਮ੍ਰਿਤ ਹੀ ਹੈ, ਪੀ ਲੈ। ਸੋਮਨਾਥ ਦੇ ਮੰਦਰ ਵਿੱਚੋਂ ਆਇਆ ਹੈ। ਇਹ ਪਵਿੱਤਰ ਅੰਮ੍ਰਿਤ ਹੈ ਜਿਹੜਾ ਤੇਰਾ ਜਨਮ ਮਰਨ ਕੱਟ ਦੇਵੇਗਾ। ਮੀਰਾ ਬਾਈ ਆਪਣੀ ਮਾਂ ਤੇ ਬਹੁਤ ਭਰੋਸਾ ਕਰਦੀ ਸੀ ਤੇ ਦੂਸਰਾ, ਉਹ ਪਰਮਾਤਮਾ ਦੇ ਨਾਂ ਉੱਤੋਂ ਵਾਰ ਨਹੀਂ ਜਾਂਦੀ ਸੀ। ਉਸਨੇ ਜ਼ਹਿਰ ਦਾ ਪਿਆਲਾ ਚੁੱਕਿਆ ਤੇ ਘਟਾ-ਘਟ ਪੀ ਲਿਆ। ਉਸਦੇ ਦਿਲ ਦਿਮਾਗ ਤੇ ਕੋਈ ਅਸਰ ਨਾ ਹੋਇਆ, ਸਗੋਂ ਉਸ ਨੂੰ ਬਹੁਤ ਸਵਾਦ ਲੱਗਾ। ਉਸਦੇ ਪਰਮਾਤਮਾ ਨੇ ਸੱਚੀ ਹੀ ਜ਼ਹਿਰ ਨੂੰ ਅੰਮ੍ਰਿਤ ਬਣਾ ਦਿੱਤਾ ਤੇ ਉਹ ਮਿੱਠਾ ਸ਼ਰਬਤ ਬਣ ਗਿਆ। ਮੀਰਾ ਬਾਈ ਨੇ ਕਿਹਾ, ਮਾਤਾ ਜੀ, ਅੰਮ੍ਰਿਤ ਤਾਂ ਬਹੁਤ ਹੀ ਚੰਗਾ ਹੈ, ਹੋਰ ਵੀ ਹੈ ਕਿ ਇਹੋ ਹੀ ਹੈ? ਮੀਰਾ ਬਾਈ ਦੀ ਮਾਂ ਬੜੀ ਸ਼ਰਮਿੰਦੀ ਹੋ ਗਈ। ਉਹ ਕੁਝ ਆਖ ਨਾ ਸਕੀ ਤੇ ਬੋਲ ਵੀ ਨਾ ਸਕੀ। ਉਸ ਨੂੰ ਸ਼ੱਕ ਪੈ ਗਿਆ ਕਿ ਮੀਰਾ ਬਾਈ ਨੂੰ ਪਤਾ ਲੱਗ ਗਿਆ ਹੈ, ਇਸੇ ਕਰਕੇ ਉਹ ਆਖ ਰਹੀ ਹੈ। ਫਿਰ ਉਸਦੇ ਹਿਰਦੇ ਅੰਦਰ ਮਮਤਾ ਜਾਗੀ। ਉਸਨੇ ਮੀਰਾ ਬਾਈ ਨੂੰ ਜੱਫੀ ਵਿੱਚ ਲੈ ਲਿਆ ਤੇ ਡਰ ਕੇ ਕਿਹਾ, ਮੀਰਾ, ਇਹ ਅੰਮ੍ਰਿਤ ਨਹੀਂ ਸੀ, ਜ਼ਹਿਰ ਸੀ। ਤੈਨੂੰ ਮਾਰਨ ਵਾਸਤੇ ਦਿੱਤਾ ਸੀ।
ਤੇਰਾ ਵੀਰ ਤੇ ਤੇਰਾ ਬਾਪ ਹੁਣ ਤੈਨੂੰ ਜਿਉਂਦੀ ਨਹੀਂ ਦੇਖਣਾ ਚਾਹੁੰਦੇ, ਇਸ ਵਾਸਤੇ ਮੇਰੇ ਕੋਲੋਂ ਜ਼ਹਿਰ ਦਵਾ ਦਿੱਤਾ। ਮੀਰਾ ਬਾਈ ਨੇ ਆਪਣੀ ਮਾਂ ਨੂੰ ਕਿਹਾ, ਕਿਉਂ ਮਾਂ, ਮੈਨੂੰ ਬਾਪ ਤੇ ਵੀਰ ਮਾਰਨਾ ਕਿਉਂ ਚਾਹੁੰਦੇ ਹਨ? ਮੀਰਾ ਬਾਈ ਦੀ ਮਾਤਾ ਨੇ ਕਿਹਾ, ਮੀਰਾ, ਇੱਕ ਤਾਂ ਤੂੰ ਵੱਡੀ ਭੁੱਲ ਕਰ ਆਈ ਹੈ। ਜੋ ਤੂੰ ਭਗਤ ਰਵਿਦਾਸ ਜੀ, ਜੋ ਕਿ ਚਮਾਰ ਹਨ, ਉਹਨਾਂ ਨੂੰ ਆਪਣਾ ਗੁਰੂ ਧਾਰਨ ਕਰ ਲਿਆ ਹੈ। ਚੰਗਾ ਤਾਂ ਇਹ ਸੀ ਕਿ ਜੇ ਤੂੰ ਰਾਮਾਨੰਦ ਗੁਸਾਈ ਜਾਂ ਕਿਸੇ ਪੰਡਤ ਦੀ ਚਰਨੀ ਲੱਗਦੀ। ਇਹ ਤੂੰ ਕੀ ਕੀਤਾ? ਮੀਰਾ ਬਾਈ ਨੇ ਕਿਹਾ, ਮਾਤਾ ਜੀ, ਪਰਮਾਤਮਾ ਦੀ ਦੁਨੀਆ ਵਿੱਚ ਸਾਰੇ ਉਸ ਦੇ ਬੇਟੇ ਹਨ, ਸਾਰੇ ਮਨੁੱਖ ਹਨ, ਸਾਰੇ ਮਨੁੱਖ ਉਸ ਦੇ ਸਿਰਜੇ ਹੋਏ ਹਨ। ਕਿਰਤ ਕਰਮ ਕਰਕੇ, ਕੋਈ ਮਾਇਆ ਕਰਕੇ ਵੱਡਾ ਹੈ ਤੇ ਕੋਈ ਛੋਟਾ। ਆਤਮਾ ਤੇ ਖੂਨ ਹਰੇਕ ਦੇ ਇੱਕੋ ਜਿਹੇ ਹਨ। ਪਰਮਾਤਮਾ ਦੀ ਤਾਂ ਕੋਈ ਮਾੜੀ ਕਿਰਤ ਨਹੀਂ, ਨੇਕ ਕਰਮ ਹੈ। ਪਰ ਮੈਂ ਮਰੀ ਨਹੀਂ, ਜ਼ਹਿਰ ਤਾਂ ਅੰਮ੍ਰਿਤ ਬਣ ਗਿਆ ਹੈ। ਮੇਰਾ ਪ੍ਰਮਾਤਮਾ ਹੀ ਰਾਖਾ ਹੈ। ਮਾਂ ਰੋਂਦੀ ਰਹੀ। ਉਸ ਨੂੰ ਧੀ ਨਾਲ ਪਿਆਰ ਸੀ, ਪਰ ਮੀਰਾ ਬਾਈ ਦਾ ਖਤਰਾ ਨਾ ਟਲਿਆ। ਇੱਕ ਦਿਨ ਕਰਮਾ ਬਾਈ ਨੇ ਆਖਿਆ, ਹੋ ਸਕਦਾ ਹੈ ਮਾਮਲਾ ਵਧਦਾ ਜਾਏ, ਗੁਰੂ ਰਵਿਦਾਸ ਜੀ ਨੂੰ ਸੱਦ ਲਈਏ। ਉਹਨਾਂ ਦੇ ਆਉਣ ਤੋਂ ਮਾਮਲਾ ਠੀਕ ਹੋ ਜਾਏਗਾ। ਬਾਹਰ ਇਸ ਗੱਲ ਦਾ ਬਹੁਤ ਚਰਚਾ ਹੈ। ਇਹ ਸੁਣ ਕੇ ਮੀਰਾ ਬਾਈ ਹੱਸ ਪਈ ਤੇ ਪਰਮਾਤਮਾ ਦੇ ਜਸ ਵਿੱਚ ਭਜਨ ਗਾਉਣ ਲੱਗ ਪਈ। ਉਸਨੇ ਆਖ ਦਿੱਤਾ ਕਿ ਜ਼ਰੂਰ ਸੱਦ ਲੈ, ਤੂੰ ਸੁਨੇਹਾ ਭੇਜ ਦੇ ਜੇ ਉਹ ਆ ਜਾਣ। ਕਰਮਾ ਬਾਈ ਨੇ ਆਖਿਆ, ਮੈਂ ਆਪ ਚੱਲ ਕੇ ਜਾਂਦੀ ਹਾਂ। ਚੰਗਾ ਆਖ ਕੇ ਮੀਰਾ ਬਾਈ ਭਗਤੀ ਲੋਰ ਵਿੱਚ ਬਿਸਨ ਪਦਾ ਗਾਉਣ ਲੱਗੀ। ਉਹ ਇੱਕ ਪਲ ਵੀ ਪਰਮਾਤਮਾ ਦਾ ਜਸ ਕਰਨੋਂ ਹਟ ਨਹੀਂ ਸੀ ਸਕਦੀ। ਦੂਸਰੇ ਦਿਨ ਰਾਹ ਦਾ ਪ੍ਰਬੰਧ ਕਰਕੇ ਕਰਮਾ ਬਾਈ ਕਾਂਸ਼ੀ ਨਗਰੀ ਵੱਲ ਚੱਲ ਪਈ। ਉਸ ਨੂੰ ਆਸ ਸੀ ਕਿ ਉਸ ਦੇ ਆਖੇ ਭਗਤ ਜੀ ਆ ਜਾਣਗੇ। ਚਲਦੀ ਚਲਦੀ ਕਰਮਾ ਬਾਈ ਭਗਤ ਰਵਿਦਾਸ ਜੀ ਦੇ ਡੇਰੇ ਪੁੱਜ ਗਈ। ਉਸਨੇ ਭਗਤ ਰਵਿਦਾਸ ਜੀ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਜੀ, ਕਿਰਪਾ ਕਰਕੇ ਆਪ ਮੇਵਾੜ ਤੱਕ ਚੱਲੋ। ਇੱਕ ਤਾਂ ਉਧਰ ਦੇ ਜਗਿਆਸੂ ਦਰਸ਼ਨ ਕਰਨਾ ਚਾਹੁੰਦੇ ਹਨ ਤੇ ਦੂਸਰਾ ਮੀਰਾ ਬਾਈ ਬਹੁਤ ਸੰਕਟ ਵਿੱਚ ਹੈ। ਭਗਤ ਰਵਿਦਾਸ ਜੀ ਨੇ ਪੁੱਛਿਆ, ਮੀਰਾ ਬਾਈ ਨੂੰ ਕੀ ਸੰਕਟ ਆ ਗਿਆ ਹੈ? ਉਹ ਤਾਂ ਪ੍ਰਭੂ ਦੀ ਦਾਸੀ ਹੈ। ਕਰਮਾ ਬਾਈ ਨੇ ਆਖਿਆ, ਮਹਾਰਾਜ, ਮੀਰਾ ਦਾ ਭਰਾ ਚੰਦਰਭਾਗ ਹੀ ਉਹਨਾਂ ਦਾ ਵੈਰੀ ਬਣ ਗਿਆ ਹੈ। ਮਾਂ ਨੇ ਜ਼ਹਿਰ ਦੇ ਦਿੱਤਾ ਹੈ। ਮੀਰਾ ਆਪਦੇ ਦਰਸ਼ਨ ਕਰਨਾ ਚਾਹੁੰਦੀ ਹੈ। ਆਪਣੇ ਭਗਤਾਂ ਦੀ ਲਾਜ ਰੱਖਣ ਵਾਲੇ ਪ੍ਰਭੂ ਨੇ ਭਗਤ ਰਵਿਦਾਸ ਜੀ ਨੂੰ ਪ੍ਰੇਰਨਾ ਕੀਤੀ ਤੇ ਉਹ ਮੈਵਾੜ ਵੱਲ ਚੱਲ ਪਏ। ਨਾਲ ਹੀ ਉਹਨਾਂ ਦੇ ਬਹੁਤ ਸਾਰੇ ਸਾਥੀ ਵੀ ਚੱਲ ਪਏ। ਰਾਹ ਦੇ ਵਿੱਚ ਆਪ ਕਲਯੁਗੀ ਜੀਵਾਂ ਨੂੰ ਇਉਂ ਉਪਦੇਸ਼ ਕਰਦੇ ਜਾਂਦੇ ਸਨ, ਜੈਤਸਰੀ ਬਾਣੀ ਭਗਤਾਂ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਾਥ ਕਛੂ ਨਾ ਜਾਨੋ, ਮਨ ਮਾਇਆ ਕੈ ਹਾਥ ਬਿਕਾਨੋ। ਰਹਾਓ ਤੁਮ ਕਹੀਤ ਹੋ ਜਗਤ ਗੁਰ ਸੁਆਮੀ, ਹਮ ਕਹੀਤ ਕਲਯੁਗ ਕੇ ਕਾਮੀ। ਇਨ ਪੰਚਨ मेरो मन जो बिगाड़ियो, पल पल हर जीते अंतर पारियो। जत देखो तत दुख की राशि, अजो ना पढ़ाए निगम भय साखी। गौतम नार उमापत स्वामी, सीस धरन सहस भगगामी। इन दूतन खल बद कर मारियो, बड़ो निलाज अजहू नहीं हारियो। कह रविदास कहा कैसे कीजै, बिन रघुनाथ शरण का की लीजै। ਇਸ ਸ਼ਬਦ ਵਿੱਚ ਭਗਤ ਰਵਿਦਾਸ ਜੀ ਨੇ ਆਮ ਸਧਾਰਨ ਪੁਰਸ਼ ਦੀ ਅਵਸਥਾ ਬਿਆਨ ਕੀਤੀ ਹੈ ਕਿ ਕਿਵੇਂ ਬੇਨਤੀ ਕਰਦਾ ਹੈ, ਹੇ ਕਰਤਾਰ, ਮੈਂ ਤਾਂ ਕੁਝ ਨਹੀਂ ਜਾਣਦਾ, ਨਾ ਜਪ ਨਾ ਤਪ, ਨਾ ਜਪ ਤਪ ਦਾ ਗਿਆਨ ਹੈ। ਤੁਸੀਂ ਤਾਂ ਜਗਤ ਦੇ ਮਾਲਕ ਹੋ। ਅਸੀਂ ਕਲਯੁਗੀ ਜੀਵ ਵਾਸ਼ਨਾਵਾਦੀ ਬੰਦੇ ਹਾਂ। ਪੰਜਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿਕ ਨੇ ਮੇਰੇ ਮਨ ਨੂੰ ਵਿਗਾੜ ਛੱਡਿਆ ਹੈ। ਘੜੀ ਘੜੀ ਇਹਨਾਂ ਨੇ ਹਰੀ ਪਰਮਾਤਮਾ ਤੋਂ ਦੂਰ ਕੀਤਾ ਹੈ। ਮੈਨੂੰ ਗਿਆਨ ਦੇ ਨੇੜੇ ਨਾ ਆਉਣ ਦਿੱਤਾ। ਜਿੱਧਰ ਵੀ ਵੇਖਦੇ ਹਾਂ ਦੁੱਖਾਂ ਦਾ ਹੀ ਰਾਜ ਹੈ। ਅਜੇ ਵੀ ਗਿਆਨ ਨਹੀਂ ਹੋਇਆ। ਅੱਗੇ ਮਿਸਾਲ ਦੇ ਤੌਰ ਤੇ ਦੱਸਦੇ ਹਨ, ਦੇਖੋ ਦੁਨੀਆ ਦੇ ਲੋਕੋ, ਪਾਪ ਕਰਮ ਕਰਨ ਵਾਲੇ ਵੱਡੇ ਪੁਰਸ਼ ਵੀ ਸਜ਼ਾ ਤੋਂ ਨਾ ਬਚ ਸਕੇ। ਗੌਤਮ ਦੀ ਇਸਤਰੀ ਅਹਲਿਆ ਤੇ ਇੰਦਰ ਦੀ ਕਥਾ ਵਿੱਚ ਇੰਦਰ ਬੇਈਮਾਨ ਹੋ ਗਿਆ। ਜਦੋਂ ਇੰਦਰ ਬੇਈਮਾਨ ਹੋਇਆ ਤਾਂ ਗੌਤਮ ਦੇ ਸਰਾਪ ਨਾਲ
ਹਜ਼ਾਰਾਂ ਦੁੱਖ ਉਸਨੇ ਉਠਾਏ ਤੇ ਉਸਦੇ ਸਰੀਰ ਤੇ ਨਿਸ਼ਾਨ ਪੈਦਾ ਹੋ ਗਏ। ਪੰਜਾਂ ਨੇ ਐਸਾ ਦੁਖੀ ਕੀਤਾ ਕਿ ਨਿਰਲਜ ਅਜੇ ਵੀ ਵਿਕਾਰ ਨਹੀਂ ਛੱਡਦਾ। ਭਗਤ ਜੀ ਆਖਦੇ ਹਨ, ਬਿਨਾਂ ਹਰੀ ਭਜਨ ਦੇ, ਬਿਨਾਂ ਪਰਮਾਤਮਾ ਦੀ ਸ਼ਰਨ ਦੇ ਕੋਈ ਵੀ ਲਾਭ ਨਹੀਂ ਹੁੰਦਾ। ਇਸ ਲਈ ਈਸ਼ਵਰ ਦੀ ਸ਼ਰਨ ਲੈਣੀ ਹੀ ਠੀਕ ਹੈ। ਇਸ ਤਰ੍ਹਾਂ ਸਤਸੰਗ ਕਰਦੇ ਹੋਏ ਭਗਤ ਰਵਿਦਾਸ ਜੀ ਮੈਵਾੜ ਵੱਲ ਤੁਰ ਪਏ। ਕਈ ਸੈਂਕੜੇ ਕੋਹ ਦਾ ਰਸਤਾ ਸੀ। ਰਾਹ ਵਿੱਚ ਜਿੱਥੇ ਵੀ ਡਰ ਹੁੰਦਾ ਉੱਥੇ ਹੀ ਸਤਸੰਗ ਕਰਕੇ ਭਗਤੀ ਦੀ ਵਰਖਾ ਕੀਤੀ ਜਾਂਦੀ। ਦੁਖੀਏ ਦੁੱਖਾਂ ਦੀ ਬਾਬਤ ਪੁੱਛਦੇ, ਆਤਮਕ ਗਿਆਨੀ ਤੇ ਅਭਿਲਾਖੀ ਆਤਮਾ ਬਾਬਤ ਪੁੱਛਦੇ। ਇਉਂ ਹੀ ਸਭ ਕੁਝ ਹੁੰਦਾ ਜਾਂਦਾ। ਭਗਤ ਜੀ ਦੀ ਮਹਿਮਾ ਜੱਗ ਵਿੱਚ ਬਹੁਤ ਹੋ ਰਹੀ ਸੀ। ਭਗਤ ਜੀ ਨੇ ਫਰਮਾਇਆ ਕਿ ਭਗਤੀ ਦਾ ਹੱਕ ਸਿਰਫ ਬ੍ਰਾਹਮਣ ਜਾਂ ਉੱਚ ਜਾਤੀ ਨੂੰ ਨਹੀਂ ਹੈ। ਕੋਈ ਵੀ ਭਗਤੀ ਕਰ ਸਕਦਾ ਹੈ, ਭਾਵੇਂ ਉਹ ਨੀਵੀਂ ਜਾਤੀ ਦਾ ਹੋਵੇ। ਸਾਰਿਆਂ ਨੂੰ ਭਗਤੀ ਕਰਨ ਦਾ ਹੱਕ ਹੈ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਭਗਤ ਰਵਿਦਾਸ ਜੀ ਨੇ ਮੀਰਾਬਾਈ ਨੂੰ ਮੈਵਾੜ ਜਾ ਕੇ ਤਾਰਿਆ ਤੇ ਰਸਤੇ ਵਿੱਚ ਲੱਖਾਂ ਹੀ ਸੰਗਤਾਂ ਦਾ ਉਧਾਰ ਕੀਤਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।